ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 223 ਤੋਂ ਲੈ ਕੇ 225 ਤੱਕ ਸਵਾਇਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਗ ਗੌੜੀ ਵਿੱਚ ਚੱਲਦੀ ਹੈ, ਅਸ਼ਟਪਦੀਆਂ ਵਿੱਚ ਹੈ ਜੀ। ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ। ਗੌੜੀ ਮਹੱਲਾ ਪਹਿਲਾ। ਖਿਮਾ ਗਹੀ ਬਰਤ ਸੀਲ ਸੰਤੋਖ, ਰੋਗ ਨ ਵਿਆਪੈ ਨਾ ਜਮ ਦੋਖ। ਮੁਕਤ ਭਏ ਪ੍ਰਭ ਰੂਪ ਨਾ ਰੇਖ, ਜੋਗੀ ਕੋ ਕੈਸਾ ਡਰ ਹੋਏ। ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਇੱਕ ਅਸਲੀ ਜੋਗੀ ਦੀ ਜਿੱਦਾਂ ਤਸਵੀਰ ਖਿੱਚ ਰਹੇ ਨੇ। ਕਹਿੰਦੇ ਅਸਲ 'ਚ ਜੋਗੀ ਉਹ ਆ ਜਿਹਨੇ ਕਹਿੰਦੇ ਵੀ ਦੂਸਰਿਆਂ ਦੀ ਜਿਹੜੀ ਹੈਗੀ ਆ ਵਧੀਕੀ ਨੂੰ ਸਹਿਣਾ ਸਿੱਖ ਲਿਆ, ਦੂਸਰਿਆਂ ਦੀ ਵਧੀਕੀ ਨੂੰ ਜਰ ਜਾਂਦਾ ਹੈ ਜੋ, ਜਿਹਦਾ ਕਹਿੰਦੇ ਨਿੱਤ ਦਾ ਮਤਲਬ ਇਸ ਤਰ੍ਹਾਂ ਦਾ ਨਿਯਮ ਆ ਕਿ ਉਹਦਾ ਸੁਭਾਅ ਬਹੁਤ ਮਿੱਠਾ ਹੋ ਗਿਆ ਹੈ ਅਤੇ ਉਹਦੇ ਵਿੱਚ ਸੰਤੋਖ ਹੈ। ਫਿਰ ਕਹਿੰਦੇ ਇਹਨਾਂ ਗੁਣਾਂ ਦੇ ਕਰਕੇ ਉਹਨੂੰ ਫਿਰ ਕੋਈ ਆਤਮਿਕ ਰੋਗ, ਵਿਕਾਰਾਂ ਦੇ ਰੋਗ ਨਹੀਂ ਵਿਆਪਦੇ, ਨਾ ਹੀ ਫਿਰ ਉਹਨੂੰ ਕਹਿੰਦੇ ਜਮ ਦਾ, ਮੌਤ ਦਾ ਡਰ ਰਹਿੰਦਾ ਹੈਗਾ। ਕਹਿੰਦੇ ਇਸ ਤਰ੍ਹਾਂ ਦਾ ਯੋਗੀ ਫਿਰ ਕਹਿੰਦੇ ਜੀਵਨ ਮੁਕਤ ਹੋ ਗਿਆ। ਕਹਿੰਦੇ ਉਹ ਜਿਸ ਤਰ੍ਹਾਂ ਉਸ ਪਰਮਾਤਮਾ ਦਾ ਰੂਪ ਹੋ ਗਿਆ ਜਿਸ ਪਰਮਾਤਮਾ ਦਾ ਕੋਈ ਰੂਪ ਨਹੀਂ, ਕੋਈ ਰੇਖਾ ਨਹੀਂ। ਕਹਿੰਦੇ ਇਸ ਜੋਗੀ ਨੂੰ ਫਿਰ ਕਹਿੰਦੇ ਕੋਈ ਡਰ ਨਹੀਂ ਹੁੰਦਾ। ਡਰ ਇਸ ਕਰਕੇ ਨਹੀਂ, ਕਹਿੰਦੇ ਉਹ ਫਿਰ ਉਸ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ ਨਿਡਰ ਹੋ ਗਿਆ। ਕਹਿੰਦੇ ਉਹਨੂੰ ਕਹਿੰਦੇ ਸਾਰੇ ਪਾਸੇ ਰੁੱਖਾਂ 'ਚ, ਬਿਰਖਾਂ ਦੇ ਵਿੱਚ, ਬਾਹਰ ਜੰਗਲ ਦੇ ਵਿੱਚ, ਗ੍ਰਹਿਸਥ ਦੇ ਵਿੱਚ, ਜਿੱਥੇ ਵੀ ਉਹ ਹੈ, ਕਹਿੰਦੇ ਉਹਨੂੰ ਹਰ ਇੱਕ ਜਗ੍ਹਾ 'ਤੇ ਉਹ ਵਿਆਪਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਨਿਰਭਉ ਜੋਗੀ ਨਿਰੰਜਨ ਧਿਆਵੈ, ਅਨ ਦਿਨ ਜਾਗੈ ਸੱਚ ਲਿਵ ਲਾਵੈ। ਸੋ ਜੋਗੀ ਮੇਰੇ ਮਨ ਪਾਵੈ। ਕਹਿੰਦੇ ਉਹ ਜੋਗੀ ਕਹਿੰਦੇ ਨਿਰਭਉ ਹੋ ਗਿਆ। ਕਹਿੰਦੇ ਉਹ ਉਸ ਪਰਮਾਤਮਾ ਨੂੰ ਧਿਆਉਂਦਾ ਹੈ ਜੋ ਨਿਰੰਜਨ ਹੈ, ਜੋ ਕਹਿੰਦੇ ਮਾਇਆ ਦੇ ਅੰਜਨ ਤੋਂ ਬਾਹਰ ਹੈ, ਜਿਸ ਨੂੰ ਮਾਇਆ ਦੇ ਕਹਿੰਦੇ ਕਾਲਖ ਨਹੀਂ ਲੱਗਦੀ ਹੈਗੀ, ਉਸ ਪਰਮਾਤਮਾ ਨੂੰ ਧਿਆਉਂਦਾ ਹੈ। ਕਹਿੰਦੇ ਹਰ ਰੋਜ਼ ਕਹਿੰਦੇ ਉਹ ਮਾਇਆ ਤੋਂ ਸੁਚੇਤ ਰਹਿੰਦਾ ਹੈ ਅਤੇ ਪਰਮਾਤਮਾ ਦੇ ਵਿੱਚ ਸੱਚੀ ਲਿਵ ਲਾਉਂਦਾ ਹੈ, ਉਹ ਸੱਚੇ ਪਰਮਾਤਮਾ ਦੇ ਵਿੱਚ। ਕਹਿੰਦੇ ਇਸ ਤਰ੍ਹਾਂ ਦਾ ਜੋਗੀ ਕਹਿੰਦੇ ਮੇਰੇ ਮਨ ਨੂੰ ਚੰਗਾ ਲੱਗਦਾ ਹੈ, ਇਹ ਅਸਲ ਵਿੱਚ ਜੋਗੀ ਹੈ। ਕਹਿੰਦੇ ਵਾਹਿਗੁਰੂ ਜੀ। ਕਾਲ ਜਾਲ ਬ੍ਰਹਮ ਅਗਨੀ ਜਾਰੇ, ਜਰਾ ਮਰਨ ਗਤ ਗਰਭ ਨਿਵਾਰੇ। ਆਪ ਤਰੈ ਪਿਤਰੀ ਨਿਸਤਾਰੇ। ਕਹਿੰਦੇ ਜੋ ਇਸ ਤਰ੍ਹਾਂ ਦਾ ਜੋਗੀ ਆ ਨਾ, ਕਹਿੰਦੇ ਉਸ ਨੇ ਕਹਿੰਦੇ ਭਗਤੀ ਕਰ ਕਰਕੇ ਉਹਦੇ ਅੰਦਰ ਕਹਿੰਦੇ ਪਰਮਾਤਮਾ ਦੀ ਕਹਿੰਦੇ ਜਿੱਦਾਂ ਨੇ ਬ੍ਰਹਮ ਅਗਨੀ ਕਹਿੰਦੇ ਪੈਦਾ ਹੋ ਜਾਂਦੀ ਆ, ਪਰਮਾਤਮਾ ਦਾ ਤੇਜ ਪ੍ਰਤਾਪ ਕਹਿੰਦੇ ਉਹਦੇ ਅੰਦਰ ਆ ਜਾਂਦਾ ਹੈ। ਅਤੇ ਇਸ ਤਰ੍ਹਾਂ ਕਹਿੰਦੇ ਫਿਰ ਉਹ ਮੌਤ ਦੇ ਕਹਿੰਦੇ ਜਿਹੜਾ ਜਾਲ ਹੈਗਾ ਉਹਦੇ 'ਚੋਂ ਬਾਹਰ ਨਿਕਲ ਜਾਂਦਾ, ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ ਹੈ। ਅਤੇ ਇਸ ਤਰ੍ਹਾਂ ਹੀ ਫਿਰ ਕਹਿੰਦੇ ਉਹ ਬੁਢਾਪੇ ਦਾ, ਮਰਨ ਦਾ, ਕਹਿੰਦੇ ਇਹ ਸਾਰਾ ਅਹੰਕਾਰ ਆਪਣਾ, ਬੁਢਾਪੇ ਦਾ ਅਤੇ ਮਰਨ ਦਾ ਡਰ ਅਤੇ ਆਪਣਾ ਅਹੰਕਾਰ ਅੰਦਰੋਂ ਕਹਿੰਦੇ ਉਹ ਖਤਮ ਕਰ ਲੈਂਦਾ। ਉਹ ਅਸਲੀ ਜੋਗੀ ਆ। ਕਹਿੰਦੇ ਉਹ ਆਪ ਇਸ ਸੰਸਾਰ ਤੋਂ ਤਰ ਜਾਂਦਾ ਅਤੇ ਆਪਣੇ ਪਿੱਤਰਾਂ ਨੂੰ ਵੀ ਉਤਾਰ ਲੈਂਦਾ। ਕਹਿੰਦੇ ਵਾਹਿਗੁਰੂ ਜੀ। ਸਤਿਗੁਰ ਸੇਵੈ ਸੋ ਜੋਗੀ ਹੋਏ, ਭੈ ਰਚ ਰਹੇ ਸੋ ਨਿਰਭਉ ਹੋਏ। ਜੈਸਾ ਸੇਵੈ ਤੈਸੋ ਹੋਏ। ਕਹਿੰਦੇ ਜੋ ਜੋਗੀ ਕਹਿੰਦੇ ਸੱਚੇ ਸਤਿਗੁਰ ਦੀ ਕਹਿੰਦੇ ਸੇਵਾ ਭਗਤੀ ਕਰਦਾ ਹੈ, ਉਹ ਕਹਿੰਦੇ ਅਸਲ ਦੇ ਵਿੱਚ ਜੋਗੀ ਹੈ। ਕਹਿੰਦੇ ਉਹ ਪਰਮਾਤਮਾ ਦੇ
ਕਹਿੰਦੇ ਮਤਲਬ ਜਿਹੜਾ ਕਹਿੰਦੇ ਮਿੱਠਾ ਭੌ ਹੈਗਾ, ਮਿੱਠੇ ਭੌ ਦੇ ਵਿੱਚ, ਅਦਬ ਦੇ ਵਿੱਚ ਕਹਿੰਦੇ ਪਰਮਾਤਮਾ ਦੇ ਡਰ ਦੇ ਵਿੱਚ ਰਹਿੰਦਾ ਹੈ। ਅਤੇ ਪਰਮਾਤਮਾ ਦੇ ਡਰ ਵਿੱਚ ਰਹਿੰਦਾ ਹੋਇਆ ਉਹ ਸੰਸਾਰ ਦੇ ਡਰਾਂ ਤੋਂ ਕਹਿੰਦੇ ਨਿਰਭਉ ਹੋ ਜਾਂਦਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਦਾ ਜੀਵ ਸੇਵਾ ਕਰਦਾ ਉਸ ਤਰ੍ਹਾਂ ਦਾ ਜੀਵ ਆਪ ਹੋ ਜਾਂਦਾ। ਜਿਸ ਤਰ੍ਹਾਂ ਦੀ ਸੇਵਾ ਕਰਦਾ, ਕਿਉਂ ਇਹ ਜਿਹੜਾ ਜੋਗੀ ਆ ਉਸ ਪਰਮਾਤਮਾ ਨੂੰ ਸੇਵਦਾ, ਉਹਦੀ ਸੇਵਾ ਭਗਤੀ ਕਰਦਾ ਜਿਹੜਾ ਪਰਮਾਤਮਾ ਨਿਰਭਉ ਹੈ, ਅਤੇ ਉਹਦੀ ਭਗਤੀ ਕਰਿਆ ਇਹ ਵੀ ਨਿਰਭਉ ਹੋ ਜਾਂਦਾ। ਜੈਸਾ ਸੇਵੈ ਤੈਸੋ ਹੋਏ। ਵਾਹਿਗੁਰੂ ਜੀ। ਨਰ ਨਿਹ ਕੇਵਲ ਨਿਰਭਉ ਨਾਉ, ਅਨਾਥੈ ਨਾਥ ਕਰੇ ਬਲ ਜਾਓ। ਪੁਨਰਪ ਜਨਮ ਨਾਹੀ ਗੁਣ ਗਾਓ। ਪੁਨਰਪ ਜਨਮ ਨਾਹੀ ਗੁਣ ਗਾਓ। ਕਹਿੰਦੇ ਉਹ ਕਹਿੰਦੇ ਜੋਗੀ ਉਸ ਨਿਰਭਉ ਪਰਮਾਤਮਾ ਦਾ ਨਾਂ ਜਪਦਾ ਹੈ। ਕਹਿੰਦੇ ਉਹ ਆਸਾ ਤ੍ਰਿਸ਼ਨਾ ਤੋਂ ਕਹਿੰਦੇ ਰਹਿਤ ਹੋ ਜਾਂਦਾ ਹੈ। ਉਹਨੂੰ ਕੋਈ ਤ੍ਰਿਸ਼ਨਾ ਕਹਿੰਦੇ ਫਿਰ ਸਤਾਉਂਦੀ ਨਹੀਂ ਹੈ, ਉਹਨੂੰ ਕੋਈ ਆਸਾ ਵੀ ਨਹੀਂ ਰਹਿੰਦੀਆਂ। ਕਹਿੰਦੇ ਮੈਂ ਉਸ ਪਰਮਾਤਮਾ ਨੂੰ ਕਹਿੰਦੇ ਬਲ ਵੱਲ ਜਾਵਾਂ, ਕਹਿੰਦੇ ਜੋ ਸਾਡੇ ਅਨਾਥਾਂ ਦਾ ਨਾਥ ਹੈ। ਕਹਿੰਦੇ ਇਹ ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਹੈ ਕਹਿੰਦੇ ਉਹ ਕਹਿੰਦੇ ਅਨਾਥਾਂ ਨੂੰ ਨਾਥ ਬਣਾ ਦਿੰਦਾ। ਉਸ ਪਰਮਾਤਮਾ ਦਾ ਨਾਮ ਕਹਿੰਦੇ ਉਸ ਪਰਮਾਤਮਾ ਦੇ ਕਹਿੰਦੇ ਗੁਣ ਗਾਉਣ ਦੇ ਨਾਲ ਦੁਬਾਰਾ ਕੋਈ ਜਨਮ ਮਰਨ 'ਚ ਨਹੀਂ ਆਉਂਦਾ, ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ। ਅੰਤਰ ਬਾਹਰ ਏਕੋ ਜਾਣੈ, ਗੁਰ ਕੈ ਸਬਦੇ ਆਪ ਪਛਾਣੈ। ਸਾਚੈ ਸ਼ਬਦ ਦਰ ਨਿਸਾਣੈ। ਕਹਿੰਦੇ ਇਸ ਤਰ੍ਹਾਂ ਦਾ ਜੋਗੀ ਫਿਰ ਅੰਦਰ ਅਤੇ ਬਾਹਰ, ਆਪਣੇ ਹਿਰਦੇ 'ਚ ਵੀ ਅਤੇ ਬਾਹਰ ਜਗਤ ਵਿੱਚ ਵੀ ਉਹ ਇੱਕ ਪਰਮਾਤਮਾ ਨੂੰ ਜਾਣ ਲੈਂਦਾ ਕਿ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ। ਅਤੇ ਗੁਰੂ ਦੇ ਸ਼ਬਦ ਰਾਹੀਂ ਉਹ ਆਪਣੇ ਆਪੇ ਦੀ ਪਹਿਚਾਣ ਕਰ ਲੈਂਦਾ ਹੈ। ਅਤੇ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਕਹਿੰਦੇ ਦਰ ਨਿਸਾਣੇ, ਉਹ ਜਿਹੜਾ ਗੁਰੂ ਦਾ ਸ਼ਬਦ ਆ ਉਹਦੇ ਲਈ ਉਹ ਰਾਹਦਾਰੀ ਬਣ ਜਾਂਦਾ, ਅਤੇ ਉਹ ਉਸ ਰਾਹਦਾਰੀ ਦੇ ਰਾਹੀਂ ਨਾਲ ਲੈ ਕੇ ਪਰਮਾਤਮਾ ਦੇ ਦਰਬਾਰ 'ਚ ਪਹੁੰਚਦਾ। ਵਾਹਿਗੁਰੂ ਜੀ। ਸ਼ਬਦ ਮਰੇ ਤਿਸ ਨਿਜ ਕਰ ਵਾਸਾ, ਆਵੇ ਨਾ ਜਾਵੈ ਚੂਕੈ ਆਸਾ। ਗੁਰ ਕੈ ਸ਼ਬਦ ਕਮਲ ਪਰਗਾਸਾ। ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਉਹਦਾ ਕਹਿੰਦੇ ਆਪਾ ਭਾਵ ਮਰ ਜਾਂਦਾ। ਫਿਰ ਕਹਿੰਦੇ ਉਹ ਜੀਵ ਨਿੱਜ ਦੇ ਘਰ ਵਿੱਚ, ਆਪਣੇ ਹਿਰਦੇ ਘਰ ਵਿੱਚ ਉਹਦਾ ਨਿਵਾਸ ਹੋ ਜਾਂਦਾ। ਹਿਰਦੇ ਘਰ ਵਿੱਚ ਹੀ ਪਰਮਾਤਮਾ ਅਤੇ ਹਿਰਦੇ ਘਰ ਵਿੱਚ ਹੀ ਉਹਦਾ ਨਿਵਾਸ ਹੋ ਜਾਂਦਾ। ਫਿਰ ਕਹਿੰਦੇ ਉਹ ਕਿਉਂਕਿ ਉਹਦੀਆਂ ਆਸਾਂ ਖਤਮ ਹੋ ਜਾਂਦੀਆਂ ਨੇ, ਫਿਰ ਉਹਦਾ ਜੰਮਣ ਮਰਨ ਦਾ ਚੱਕਰ ਵੀ ਖਤਮ ਹੋ ਜਾਂਦਾ। ਗੁਰੂ ਦੇ ਸ਼ਬਦ 'ਤੇ ਚੱਲ ਕੇ ਉਹਦਾ ਜਿਹੜਾ ਹਿਰਦੇ ਰੂਪੀ ਕਮਲ ਆ ਉਹ ਪ੍ਰਗਾਸਿਆ ਜਾਂਦਾ, ਕਹਿੰਦੇ ਖਿੜ ਜਾਂਦਾ ਹੈ ਉਹਦਾ ਕਹਿੰਦੇ ਹਿਰਦੇ ਰੂਪੀ ਕਮਲ। ਜੋ ਦਿਸੈ ਸੋ ਆਸ ਨਿਰਾਸਾ, ਕਾਮ ਕ੍ਰੋਧ ਬਿਖ ਭੂਖ ਪਿਆਸਾ। ਨਾਨਕ ਬਿਰਲੇ ਮਿਲੈ ਉਦਾਸਾ। ਕਹਿੰਦੇ ਸੰਸਾਰ ਵਿੱਚ ਜੋ ਵੀ ਜੀਵ ਦਿਸਦੇ ਨੇ ਕਹਿੰਦੇ ਸਾਰੇ ਆਸਾ ਵਿੱਚ ਲੱਗੇ ਹੋਏ ਨੇ, ਪਰ ਆਸਾ ਕਿਸੇ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਆਸਾ ਪੂਰੀਆਂ ਨਹੀਂ ਹੁੰਦੀਆਂ ਸਾਰੀਆਂ ਜੀਵ ਦੀਆਂ। ਕਹਿੰਦੇ ਬਹੁਤੇ ਜੀਵ ਕਾਮ ਕ੍ਰੋਧ ਮਾਇਆ ਦੀ ਬਿਖ ਵਿੱਚ, ਜਿੱਦਾਂ ਮਾਇਆ ਦੀ ਉਹਨਾਂ ਨੂੰ ਪਿਆਸ ਲੱਗੀ ਆ, ਕਹਿੰਦੇ ਇਹਨਾਂ ਵਿਕਾਰਾਂ ਦੇ ਵਿੱਚ ਗਲਤਾਨ ਨੇ ਬਹੁਤੇ ਜੀਵ। ਨਾਨਕ ਜੀ ਕਹਿੰਦੇ ਨੇ ਕੋਈ ਬਿਰਲੇ ਨੇ ਕਹਿੰਦੇ ਵੀ ਜਿਹੜੇ ਇਹਨਾਂ ਵਿਕਾਰਾਂ ਤੋਂ ਹੁਣ ਤਿਆਗ ਚੁੱਕੇ ਨੇ, ਇਹਨਾਂ ਵਿਕਾਰਾਂ ਤੋਂ ਕਹਿੰਦੇ ਮੁਕਤ ਹੋ ਗਏ ਨੇ, ਕੋਈ ਵਿਰਲੇ ਨੇ ਕਹਿੰਦੇ, ਨਹੀਂ ਤੇ ਸੰਸਾਰ ਦੇ ਸਾਰੇ ਜੀਵ ਵਿਕਾਰਾਂ ਵਿੱਚ ਹੀ ਲੱਗੇ ਹੋਏ ਨੇ। ਵਾਹਿਗੁਰੂ ਜੀ। ਵਾਹਿਗੁਰੂ ਜੀ। ਗੌੜੀ ਮਹੱਲਾ ਪਹਿਲਾ।
ਐਸੋ ਦਾਸ ਮਿਲੈ ਸੁਖ ਹੋਈ, ਦੁਖ ਵਿਸਰੈ ਪਾਵੈ ਸਚ ਸੋਈ। ਜਿਸ ਤਰ੍ਹਾਂ ਪਿੱਛੇ ਦੱਸ ਕੇ ਆਏ ਆ ਨਾ ਆਪਾਂ ਵੀ ਇਸ ਤਰ੍ਹਾਂ ਦਾ ਜੋਗੀ ਜਿਨ੍ਹਾਂ ਦੇ ਮਤਲਬ ਵਿਕਾਰ ਖਤਮ ਹੋ ਗਏ ਨੇ, ਆਸਾਂ ਖਤਮ ਹੋ ਗਈਆਂ ਨੇ, ਜਿਨ੍ਹਾਂ ਨੇ ਆਪਣਾ ਜਨਮ ਮਰਨ ਦਾ ਦੁੱਖ ਨਿਵਾਰ ਰਿਹਾ। ਕਹਿੰਦੇ ਇਸ ਤਰ੍ਹਾਂ ਦਾ ਕੋਈ ਕਹਿੰਦੇ ਦਾਸ ਜੀਵ ਨੂੰ ਮਿਲੇ ਤਾਂ ਫਿਰ ਉਹਨੂੰ ਆਨੰਦ ਮਿਲ ਸਕਦਾ। ਫਿਰ ਕਹਿੰਦੇ ਉਹਦੇ ਦੁੱਖ ਵਿਸਰ ਜਾਂਦੇ ਨੇ ਅਤੇ ਉਹ ਸੱਚੇ ਪਰਮਾਤਮਾ ਦੇ ਨਾਲ ਉਹਦੀ ਮੇਲ ਹੋ ਜਾਂਦਾ। ਵਾਹਿਗੁਰੂ ਜੀ। ਦਰਸ਼ਨ ਦੇਖ ਪਈ ਮਤ ਪੂਰੀ, 8 ਸੈਠ ਮਜਨ ਚਰਨੈ ਤੂਰੀ ਰਹਾਓ। ਕਹਿੰਦੇ ਇਸ ਤਰ੍ਹਾਂ ਦੇ ਦਾਸ ਨੂੰ ਦੇਖਿਆ ਕਹਿੰਦੇ ਜੀਵ ਦੀ ਕਹਿੰਦੇ ਜਿਹੜੀ ਮੱਤ ਆ ਉੱਚੀ ਹੋ ਜਾਂਦੀ ਆ। ਕਹਿੰਦੇ ਫਿਰ ਇਸ ਤਰ੍ਹਾਂ ਹੁੰਦਾ ਜਿਵੇਂ ਉਹਨਾਂ ਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੁੰਦਾ। ਇਸ ਤਰ੍ਹਾਂ ਦੇ ਦਾਸ ਦੇ ਚਰਨਾਂ ਦੀ ਧੂੜੀ ਮਿਲਣ ਦੇ ਨਾਲ ਉਹਨਾਂ ਨੂੰ ਉਹ ਫਲ ਪ੍ਰਾਪਤ ਹੋ ਜਾਂਦਾ। ਰਹਾਓ। ਨੇਤਰ ਸੰਤੋਖੇ ਏਕ ਲਿਵਤਾਰਾ, ਜਿਹਵਾ ਸੂਚੀ ਹਰ ਰਸ ਸਾਰਾ। ਕਹਿੰਦੇ ਕਿਉਂਕਿ ਉਹ ਦਾਸ ਕਹਿੰਦੇ ਹਰੀ ਦੇ ਨਾਮ ਦੇ ਵਿੱਚ ਕਹਿੰਦੇ ਉਹਨਾਂ ਦੀ ਲਿਵ ਲਾ ਦਿੰਦੇ ਨੇ। ਜਿਹੜੇ ਇਸ ਤਰ੍ਹਾਂ ਦੇ ਦਾਸ ਮਿਲਦੇ ਨੇ ਜੀਵ ਨੂੰ ਤਾਂ ਉਹਨਾਂ ਨੂੰ ਮਿਲਣ ਦੇ ਨਾਲ ਉਸ ਜੀਵ ਦੇ ਨੇਤਰ ਸੰਤੋਖੇ ਜਾਂਦੇ ਨੇ, ਕਿਉਂਕਿ ਉਹ ਬਹੁਤ ਕਰਨੀ ਵਾਲੇ ਹੁੰਦੇ ਨੇ ਅਤੇ ਉਹਨਾਂ ਦੇ ਨਾਲ ਹੀ ਉਸ ਜੀਵ ਦੀ ਲਿਵ ਇੱਕ ਉਸ ਪਰਮਾਤਮਾ ਦੇ ਨਾਲ ਲੱਗ ਜਾਂਦੀ ਆ। ਜਿਹਵਾ ਸੂਚੀ ਹਰ ਰਸ ਸਾਰਾ। ਕਿ ਕਹਿੰਦੇ ਕਿਉਂਕਿ ਜਿਹੜੇ ਉਹ ਹਰੀ ਦੇ ਰਸ ਵਿੱਚ ਉਹਨਾਂ ਦੀ ਜੀਭ ਹੁੰਦੀ ਆ ਲੱਗੀ, ਉਹ ਹਰ ਵਕਤ ਪਰਮਾਤਮਾ ਦਾ ਨਾਮ ਜਪਦੇ ਨੇ ਅਤੇ ਉਹਨਾਂ ਦੀ ਜਿਹੜੀ ਜੀਭਾ ਸੁੱਚੀ ਹੋਈ ਹੁੰਦੀ ਆ ਅਤੇ ਜਿਹੜੀ ਉਹਨਾਂ ਨੇ ਹਰੀ ਦਾ ਨਾਮ ਰਸ ਚੱਖਿਆ ਹੁੰਦਾ, ਉਹ ਰਸ ਜੋ ਸਭ ਤੋਂ ਸ੍ਰੇਸ਼ਟ ਰਸ ਆ ਦੁਨੀਆ ਦਾ। ਫਿਰ ਕਹਿੰਦੇ ਉਹਨਾਂ ਦੀਆਂ ਸਾਰੀਆਂ ਜਿੱਦਾਂ ਹੈਗੀਆਂ ਨੇ ਆਸਾਂ ਖਤਮ ਹੋ ਜਾਂਦੀਆਂ ਨੇ, ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੇ ਦਾਸਾਂ ਦੇ ਦਰਸ਼ਨ ਕਰਕੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੱਚ ਕਰਨੀ ਅਬ ਅੰਤਰ ਸੇਵਾ, ਮਨ ਤ੍ਰਿਪਤਾਸਿਆ ਅਲਖ ਅਪੇਵਾ। ਕਹਿੰਦੇ ਇਸ ਤਰ੍ਹਾਂ ਫਿਰ ਉਹਨਾਂ ਦਾਸਾਂ ਦੇ ਕਹਿੰਦੇ ਦਰਸ਼ਨ ਕਰਕੇ ਇਹ ਜੀਵ ਕਹਿੰਦੇ ਜੋ ਕਹਿੰਦੇ ਉਹਨਾਂ ਦੇ ਦਰਸ਼ਨ ਕਰਦਾ, ਫਿਰ ਕਹਿੰਦੇ ਇਹ ਆਪਣੇ ਅੰਤਰ ਆਤਮੇ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗ ਜਾਂਦਾ। ਇਹ ਇਹਦੀ ਸੱਚੀ ਕਰਨੀ ਬਣ ਜਾਂਦੀ ਆ ਅਤੇ ਇਹਦਾ ਕਹਿੰਦੇ ਮਨ ਤ੍ਰਿਪਤਾਸਿਆ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ ਮਾਇਆ ਵੱਲੋਂ। ਕਹਿੰਦੇ ਇਸ ਤਰ੍ਹਾਂ ਜਿਵੇਂ ਕਿ ਇਹਨੂੰ ਪਰਮਾਤਮਾ ਦੀ ਲਖਤਾ ਪ੍ਰਾਪਤ ਹੋ ਜਾਂਦੀ ਆ। ਜਿਸ ਤਰ੍ਹਾਂ ਇਹਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੋਵੇ, ਇਸ ਤਰ੍ਹਾਂ ਕਹਿੰਦੇ ਇਹਦੀ ਮਾਇਆ ਦੀ ਪਿਆਸ ਖਤਮ ਹੋ ਜਾਂਦੀ ਆ। ਵਾਹਿਗੁਰੂ ਜੀ। ਜਹ ਜਹ ਦੇਖੂੰ ਤਹ ਤਹ ਸਾਚਾ, ਬਿਨ ਬੂਝੇ ਜਗਰਤ ਜਗ ਕਾਚਾ। ਜਹ ਜਹ ਦੇਖੂੰ ਤਹ ਤਹ ਸਾਚਾ, ਬਿਨ ਬੂਝੇ ਜਗਰਤ ਜਗ ਕਾਚਾ। ਕਹਿੰਦੇ ਜਿੱਧਰ ਜਿੱਥੇ ਵੀ ਮੈਂ ਦੇਖਦਾ ਉੱਥੇ ਉੱਥੇ ਹੀ ਮੈਨੂੰ ਉਹ ਸੱਚਾ ਪਰਮਾਤਮਾ ਨਜ਼ਰ ਆ ਰਿਹਾ। ਹਰ ਇੱਕ ਜਗ੍ਹਾ 'ਤੇ ਉਹ ਪਰਮਾਤਮਾ ਹੀ ਹੈ। ਪਰ ਜਦੋਂ ਤੱਕ ਕਹਿੰਦੇ ਕਿਸੇ ਜੀਵ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ, ਪਰਮਾਤਮਾ ਦਾ ਅਨੁਭਵ ਨਹੀਂ ਹੁੰਦਾ, ਉਦੋਂ ਤੱਕ ਕਹਿੰਦੇ ਉਹ ਜੀਵ ਹੋਰ ਹੀ ਵਾਦ ਵਿਵਾਦਾਂ ਵਿੱਚ ਝਗੜਦੇ ਰਹਿੰਦੇ ਨੇ, ਪਏ ਰਹਿੰਦੇ ਨੇ। ਗੁਰ ਸਮਝਾਵੈ ਸੋਝੀ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਹਾਂਜੀ, ਜਿਸ ਤਰ੍ਹਾਂ ਉੱਪਰ ਦੱਸ ਰਹੇ ਨੇ ਨਾ ਕਿ ਇਸ ਤਰ੍ਹਾਂ ਦੀ ਸਮਝ ਕਹਿੰਦੇ ਜਦੋਂ ਗੁਰੂ ਤੋਂ ਹੀ ਕਿਸੇ ਜੀਵ ਨੂੰ ਹੁੰਦੀ ਹੈ, ਫਿਰ ਹੀ ਉਸ ਜੀਵ ਨੂੰ ਸੋਝੀ ਆਉਂਦੀ ਆ ਕਿ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਆ। ਝੂਠੇ ਵਾਦ ਵਿਵਾਦਾਂ ਵਿੱਚ ਪੈਣ ਦਾ ਕੋਈ ਫਾਇਦਾ ਨਹੀਂ। ਪਰ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ ਹੈ ਜਿਸ ਨੂੰ ਇਹ ਸਾਰੀ ਬੂਝ ਹੁੰਦੀ ਆ, ਸਾਰੀ ਸੂਝ ਹੁੰਦੀ ਆ ਕਿ ਅਸਲੀਅਤ ਜ਼ਿੰਦਗੀ ਦੀ ਕੀ ਹੈ ਅਤੇ ਕਿਸ ਤਰ੍ਹਾਂ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ। ਝੂਠੇ ਵਾਦ ਵਿਵਾਦ ਵਿਕਾਰ ਕੋਈ ਲਾਹੇਵੰਦ ਨਹੀਂ ਹੈਗੇ।
ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਵੇਤਾਲੇ। ਫਿਰ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀਵਾਂ ਲਈ ਆਪ ਹੀ ਅਰਦਾਸ ਕਰਦੇ ਨੇ, ਕਹਿੰਦੇ ਕਿਰਪਾ ਕਰਕੇ ਪਰਮਾਤਮਾ ਜੀ ਆਪ ਹੀ ਕਹਿੰਦੇ ਰੱਖਿਆ ਕਰੋ ਜੀਵਾਂ ਦੀ। ਕਹਿੰਦੇ ਜੀਵਨ ਦੀ ਅਸਲੀਅਤ ਸਮਝਣ ਤੋਂ ਬਿਨਾਂ ਜੀਵ ਜਿਸ ਤਰ੍ਹਾਂ ਪਸ਼ੂਆਂ ਵਾਲੀ ਜ਼ਿੰਦਗੀ ਜੀ ਰਹੇ ਨੇ। ਵਾਹਿਗੁਰੂ ਜੀ ਵਾਹਿਗੁਰੂ। ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਕੋ ਦੇਖ ਕਰੂੰ ਅਨ ਪੂਜਾ। ਕਹਿੰਦੇ ਜਦੋਂ ਗੁਰੂ ਨੇ ਦੱਸ ਦਿੱਤਾ ਕਿ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਸਾਡੀ ਰੱਖਿਆ ਕਰਨ ਵਾਲਾ ਹੈ ਨਹੀਂ, ਫਿਰ ਕਹਿੰਦੇ ਮੈਂ ਪਰਮਾਤਮਾ ਨੂੰ ਛੱਡ ਕੇ ਹੋਰ ਕਿਹਦੀ ਪੂਜਾ ਕਰਾਂ, ਕਿ ਸਿਰਫ ਪਰਮਾਤਮਾ ਦੀ ਹੀ ਪੂਜਾ ਕਰਾਂ, ਪਰਮਾਤਮਾ ਦੀ ਹੀ ਸੇਵਾ ਭਗਤੀ ਕਰਾਂ। ਸੰਤ ਹੇਤ ਪ੍ਰਭ ਤਿਰਭਵਨ ਤਾਰੇ, ਆਤਮ ਚੀਨੈ ਸੋ ਤਤ ਵਿਚਾਰੇ। ਕਹਿੰਦੇ ਤਿੰਨੇ ਲੋਕ ਪਰਮਾਤਮਾ ਨੇ ਇਸ ਲਈ ਬਣਾਏ ਨੇ ਕਿ ਇੱਥੇ ਸਾਰੇ ਕਹਿੰਦੇ ਜਿਹੜੇ ਜੀਵ ਨੇ ਉਹ ਪਰਮਾਤਮਾ ਦਾ ਨਾਂ ਜਪ ਸਕਣ ਅਤੇ ਇੱਥੇ ਸੰਤ ਵਿਅਕਤੀ ਪੈਦਾ ਹੋ ਸਕਣ। ਇਹ ਤਿੰਨੇ ਭਵਨ ਪਰਮਾਤਮਾ ਨੇ ਭਗਤੀ ਲਈ ਧਾਰੇ ਨੇ, ਭਗਤੀ ਲਈ ਬਣਾਏ ਨੇ। ਕਹਿੰਦੇ ਆਤਮ ਚੀਨੈ ਸੋ ਤਤ ਵਿਚਾਰੇ। ਜਿਸ ਜੀਵ ਨੇ ਕਹਿੰਦੇ ਆਪਾ ਪਹਿਚਾਣ ਲਿਆ, ਆਪੇ ਦੀ ਕਹਿੰਦੇ ਆਪਣੇ ਨਾਲ ਕਹਿੰਦੇ ਜਾਣਕਾਰੀ ਕਰ ਲਈ ਆਪਣੇ ਅੰਦਰ ਨਾਲ, ਉਸ ਨੂੰ ਹੀ ਕਹਿੰਦੇ ਫਿਰ ਜੀਵਨ ਦੇ ਅਸਲੀ ਤੱਤ ਦੀ ਸਮਝ ਲੱਗਦੀ ਹੈ, ਉਸ ਨੂੰ ਹੀ ਫਿਰ ਆਪਣੇ ਅੰਤਰ ਆਤਮੇ ਗਿਆਨ ਹੁੰਦਾ ਹੈ। ਸਾਚ ਹਿਰਦੈ ਸਚ ਪ੍ਰੇਮ ਨਿਵਾਸ, ਪਰਨਵਤ ਨਾਨਕ ਹਮ ਤਾਕੇ ਦਾਸ। ਫਿਰ ਨਾਨਕ ਜੀ ਕਹਿੰਦੇ ਨੇ ਜੋ ਜੀਵ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਸੱਚੇ ਪਰਮਾਤਮਾ ਦੇ ਨਾਲ ਪਿਆਰ ਹੈ, ਕਹਿੰਦੇ ਸੱਚੇ ਦਾ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਿਵਾਸ ਹੈ, ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਦਾ ਦਾਸ ਹਾਂ। ਕਹਿੰਦੇ ਜਿਹੜੇ ਆਪਣੇ ਹਿਰਦੇ ਵਿੱਚ ਪਰਮਾਤਮਾ ਨਾਲ ਪ੍ਰੇਮ ਰੱਖਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਦਾ ਨਿਵਾਸ ਆ, ਕਹਿੰਦੇ ਮੈਂ ਉਹਨਾਂ ਦਾ ਦਾਸ ਹਾਂ। ਇਹ ਨਾਨਕ ਜੀ ਬੇਨਤੀ ਕਰਦੇ ਨੇ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪਹਿਲਾ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਜਹ ਪ੍ਰਭ ਸਿਮਰੈ ਤਹ ਮਨ ਤਹੀ ਮਨ ਮਾਨਿਆ। ब्रह्मै गर्भ किया नहीं जानिया, वेद की बिपत पड़ी पछुतानिया। जह प्रभ सिमरै तही मन मानिया। ਕਹਿੰਦੇ ਬ੍ਰਹਮਾ ਨੇ ਕਹਿੰਦੇ ਆਪਣੇ ਤੇ ਕਹਿੰਦੇ ਹੰਕਾਰ ਕੀਤਾ। ਉਹਨੇ ਸੋਚਿਆ ਕਿ ਮੈਂ ਬਹੁਤ ਵੱਡਾ, ਜਿੱਦਾਂ ਪਰਮਾਤਮਾ ਨੂੰ ਨਹੀਂ ਉਹਨੇ ਸਿਆਣਿਆ, ਉਹਨੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਿਆ। ਫਿਰ ਕਹਿੰਦੇ ਵੀ ਜਿਸ ਤਰ੍ਹਾਂ ਉਹਨੂੰ ਇੱਕ ਤਰ੍ਹਾਂ ਸਿਖਾਉਣ ਦੇ ਲਈ ਉਹਦੇ ਕੋਲੋਂ ਜਿੱਦਾਂ ਵੇਦ ਲੈ ਗਏ। ਫਿਰ ਕਹਿੰਦੇ ਜਦੋਂ ਵੇਦਾਂ ਦੀ ਉਹਨੂੰ ਮਤਲਬ ਇਹ ਦੁੱਖ ਹੋਇਆ ਕਿ ਉਹਦੇ ਕੋਲੋਂ ਵੇਦ ਲੈ ਗਏ, ਫਿਰ ਉਹਨੂੰ ਕਹਿੰਦੇ ਇਸ ਗੱਲ ਦਾ ਪਤਾ ਲੱਗਿਆ ਕਿ ਹਾਂ ਵੀ ਮੈਂ ਗਲਤ ਹਾਂ। ਫਿਰ ਕਹਿੰਦੇ ਜਿਸ ਤਰ੍ਹਾਂ ਉਹਨੇ ਪਰਮਾਤਮਾ ਦਾ ਨਾਮ ਜਪਿਆ ਅਤੇ ਉਹਦਾ ਮਨ ਪਰਮਾਤਮਾ ਵਿੱਚ ਭਿੱਜਿਆ, ਫਿਰ ਉਹਨੂੰ ਪਤਾ ਲੱਗਿਆ ਕਿ ਪਰਮਾਤਮਾ ਹੀ ਕਰਨਹਾਰ ਹੈ, ਪਰਮਾਤਮਾ ਹੀ ਪ੍ਰਭੂ ਹੈ, ਮੈਂ ਪਰਮਾਤਮਾ ਤੋਂ ਵੱਡਾ ਨਹੀਂ ਹੋ ਸਕਦਾ। ਹੰਕਾਰ ਟੁੱਟਿਆ ਉਹਦਾ। ਐਸਾ ਗਰਭ ਬੁਰਾ ਸੰਸਾਰੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਓ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਕਿ ਜਗਤ ਦੇ ਵਿੱਚ ਇਹ ਸੰਸਾਰ ਡੁੱਬਿਆ ਹੋਇਆ ਹੰਕਾਰ ਵਿੱਚ, ਪਰ ਹੰਕਾਰ ਬਹੁਤ ਬੁਰਾ ਹੈ ਕਹਿੰਦੇ। ਪਰ ਜਿਸ ਨੂੰ ਕਹਿੰਦੇ ਗੁਰੂ ਦੇ ਚਰਨਾਂ 'ਤੇ ਕਹਿੰਦੇ ਪ੍ਰੀਤ ਮਿਲਦੀ ਆ, ਗੁਰੂ ਦੇ ਚਰਨਾਂ ਦੀ ਸ਼ਰਨ ਮਿਲਦੀ ਆ, ਉਹਦਾ ਹੀ ਗਰਭ, ਉਹਦਾ ਹੀ ਅਹੰਕਾਰ ਖਤਮ ਹੁੰਦਾ ਹੈ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਬਹੁ ਪਾਰ ਅਫਾਰੀ। ਬਿਨ ਗੁਰ ਪੁੱਛੈ ਜਾਏ ਪਿਆਰੀ। ਹਾਂਜੀ ਸੰਗਤ ਜੀ,
ਹੁਣ ਅੱਜ ਵਾਲੀ ਜਿਹੜੀ ਅੱਗੇ ਬਾਣੀ ਚੱਲ ਰਹੀ ਹੈ, ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ ਪੁਰਾਣਾ ਇਤਿਹਾਸ ਉਸ ਟਾਈਮ 'ਤੇ ਚੱਲ ਰਿਹਾ ਸੀਗਾ, ਉਸ ਸਮਾਂ ਜਿਹੜੀਆਂ ਕੋਈ ਕਥਾ ਚੱਲ ਰਹੀਆਂ ਸੀ ਜਾਂ ਕੋਈ ਇਤਿਹਾਸਕ ਸੀ ਜਾਂ ਮਿਥਿਹਾਸਕ ਤਾਂ ਨਹੀਂ ਕਹਿ ਸਕਦੇ, ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਵੀ ਕਹਿੰਦੇ ਨੇ ਕਿ ਵੀ ਇਹਨਾਂ ਜਿਹੜੀਆਂ ਇੱਥੇ ਸਾਖੀਆਂ ਦਾ ਜ਼ਿਕਰ ਆ ਰਿਹਾ, ਮਤਲਬ ਗੁਰੂ ਸਾਹਿਬਾਨ ਨੇ ਸਮਝਾਉਣ ਲਈ ਜਿਹੜੇ ਰਾਜਿਆਂ ਦੇ ਨਾਂ ਲਏ ਨੇ ਜਾਂ ਦੈਤਾਂ ਦੇ ਨਾਂ ਲਏ ਨੇ, ਇਹਨਾਂ ਦੇ ਨਾਮ ਕਹਿੰਦੇ ਵੀ ਪੁਰਾਣਾਂ ਦੇ ਵਿੱਚ ਆਉਂਦੇ ਨੇ, ਵੀ ਇਹ ਹੋ ਬੀਤੇ ਨੇ। ਪਰ ਇੱਥੇ ਆਪਾਂ ਨੂੰ ਗੁਰੂ ਸਾਹਿਬਾਨ ਨੇ ਜਿੱਦਾਂ ਸਮਝਾਉਣ ਦੀ ਖਾਤਰ ਥੋੜ੍ਹਾ ਥੋੜ੍ਹਾ ਹਿੰਟ ਦਿੱਤਾ ਕਿ ਮਤਲਬ ਵੀ ਇਹ ਰਾਜੇ ਗਰਭ ਦੇ ਕਾਰਨ ਇਹਨਾਂ ਨੂੰ ਮਤਲਬ ਜਿਹੜੇ ਦੁੱਖ ਭੋਗਣੇ ਪਏ ਨੇ। ਫਿਰ ਕਹਿੰਦੇ ਜਿਹੜਾ ਰਾਜਾ ਬਲ ਸੀ, ਕਹਿੰਦੇ ਉਹਨੂੰ ਵੀ ਆਪਣੇ 'ਤੇ ਮਾਇਆ ਅਤੇ ਹੰਕਾਰ ਸੀ, ਕਹਿੰਦੇ ਉਹਨੇ ਬੜੇ ਜੱਗ ਕੀਤੇ, ਮਤਲਬ ਫਿਰ ਜੱਗ ਕਰਨ 'ਤੇ ਉਹਨੂੰ ਹੰਕਾਰ ਆ ਗਿਆ। ਕਹਿੰਦੇ ਵੀ ਪਤਾ ਨਹੀਂ ਉਹਨੇ ਕੋਈ 7100 ਜੱਗ ਕੀਤਾ ਕਿ ਵੀ ਮੈਂ ਇੰਦਰ ਦਾ ਰਾਜ ਲੈ ਲਵਾਂ। ਫਿਰ ਕਹਿੰਦੇ ਵੀ ਇੰਦਰ ਨੇ ਕੁਛ ਪਤਾ ਨਹੀਂ ਵਿਸ਼ਨੂੰ ਦੀ ਮਦਦ ਲਈ, ਤਾਂ ਫਿਰ ਵਿਸ਼ਨੂੰ ਨੇ ਕਹਿੰਦੇ ਕੋਈ ਬੌਣਾ ਅਵਤਾਰ ਧਾਰ ਕੇ ਉਸ ਰਾਜੇ ਕੋਲੋਂ ਭਿੱਖਿਆ ਲੈਣ ਗਿਆ, ਅਤੇ ਫਿਰ ਇਸ ਤਰ੍ਹਾਂ ਉਹਨੇ ਕੋਈ ਰਾਜੇ ਦੇ ਨਾਲ ਛਲ ਕੀਤਾ। ਕਹਿੰਦੇ ਰਾਜੇ ਨੇ ਆਪਣੇ ਗੁਰੂ ਦੀ ਮੱਤ ਨਹੀਂ ਲਈ ਅਤੇ ਉਹਦੀ ਗੁਰੂ ਦੀ ਸਿੱਖਿਆ ਤੋਂ ਬਿਨਾਂ ਇਸ ਰਾਜੇ ਨੂੰ ਕੋਈ ਦਾਨ ਦਿੱਤਾ, ਜਿਸ ਕਰਕੇ ਫਿਰ ਇਹ ਪਾਤਾਲ ਵਿੱਚ ਜਾ ਡਿੱਗਿਆ। ਵੀ ਇਸ ਤਰ੍ਹਾਂ ਇੰਨੀ ਮਾੜੀ ਹਾਲਤ ਹੋ ਗਈ ਇਹਦੀ, ਪਹਿਲਾਂ ਆਪਣੀ ਮਾਇਆ ਦਾ ਇਹਨੂੰ ਹੰਕਾਰ ਸੀ। ਵਾਹਿਗੁਰੂ ਜੀ। ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨ ਪਾਏ ਅਪੇਵੈ, ਆਪ ਭੁਲਾਏ ਆਪੇ ਮਤ ਦੇਵੈ। ਹਾਂਜੀ, ਇਸ ਤਰ੍ਹਾਂ ਹੀ ਫਿਰ ਕਹਿੰਦੇ ਰਾਜਾ ਹਰੀ ਚੰਦ ਸੀ, ਕਹਿੰਦੇ ਉਹਨੂੰ ਵੀ ਸੀ ਕਿ ਵੀ ਮੈਂ ਦਾਨ ਦੇਵਾਂ, ਦਾਨ ਦੇਣ ਦੇ ਨਾਲ ਵੀ ਮੇਰੀ ਫਿਰ ਕੀਰਤੀ ਹੋਵੇ। ਫਿਰ ਕਹਿੰਦੇ ਵੀ ਗੁਰੂ ਤੋਂ ਬਿਨਾਂ ਕਹਿੰਦੇ ਕੋਈ ਵੀ ਜੀਵ ਉਸ ਪਰਮਾਤਮਾ ਦੇ ਨਾਲ ਅਭੇਦਤਾ ਨਹੀਂ ਪਾ ਸਕਦਾ। ਉਹ ਪਰਮਾਤਮਾ ਹੀ ਜੀਵ ਨੂੰ ਕਹਿੰਦੇ ਮਾੜੇ ਪਾਸੇ ਲਾਉਂਦਾ, ਉਹਨੂੰ ਭੁਲਾ ਦਿੰਦਾ, ਕੁਰਾਹੇ ਪਾ ਦਿੰਦਾ ਅਸਲੀ ਰਸਤੇ ਤੋਂ, ਅਤੇ ਪਰਮਾਤਮਾ ਹੀ ਮੱਤ ਦਿੰਦਾ। ਇਹ ਵੀ ਰਾਜੇ ਹਰੀ ਚੰਦ ਦੀ ਵੀ ਆਪਾਂ ਸਾਰਿਆਂ ਨੇ ਸੁਣੀ ਹੋਈ ਹੈ ਕਿ ਕਿਸ ਤਰ੍ਹਾਂ ਉਹਨੇ ਆਪਣੀ ਬੇਟਾ ਵੀ ਅਤੇ ਪਤਨੀ ਵੀ ਕਹਿੰਦੇ ਸੀ ਵੀ ਉਹਨੂੰ ਵੇਚਣੀ ਪਈ ਸੀਗੀ, ਵੀ ਇੰਨਾ ਮਤਲਬ ਉਹਦਾ ਹੋ ਗਿਆ ਸੀਗਾ ਜਿੱਦਾਂ ਦਾਨ ਕਰਕੇ, ਵੀ ਜਿੱਦਾਂ ਜ਼ਿਆਦਾ ਸਭ ਕੁਛ ਹੀ ਉਹਦਾ ਚਲੇ ਗਿਆ ਸੀਗਾ ਵੀ। ਪਰ ਉਹ ਸੱਚਾ ਬੜਾ ਸੀ, ਕਹਿੰਦੇ ਵੀ ਆਪਣੇ ਕਹਿੰਦੇ ਵੀ ਪੁੱਤਰ ਨੂੰ ਦਫਨਾਉਣ ਲਈ ਉਹਦੀ ਇਸਤਰੀ ਕੋਲ ਪੈਸੇ ਨਹੀਂ ਸੀਗੇ, ਪਰ ਇਹਨੇ ਇਨਕਾਰ ਕਰ ਦਿੱਤਾ ਸੀ, ਕਿਉਂਕਿ ਇਹ ਕਹਿੰਦੇ ਸੀ ਜਿੱਥੇ ਹੈਗੀ ਆ ਸ਼ਮਸ਼ਾਨ ਘਾਟ 'ਤੇ ਮੁਰਦੇ ਦਫਨਾਉਣ ਦਾ ਕੰਮ ਕਰਨ ਲੱਗ ਗਿਆ ਸੀ, ਕਿਉਂਕਿ ਸਭ ਕੁਛ ਇਹਦਾ ਖਤਮ ਹੋ ਗਿਆ ਸੀ। ਇਹਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਜੇ ਤੂੰ ਇੱਕ ਦਮੜਾ ਨਹੀਂ ਲਿਆ ਸਕਦੀ, ਮੈਂ ਤੇਰੇ ਪੁੱਤਰ ਦਾ ਇੱਥੇ ਸੰਸਕਾਰ ਨਹੀਂ ਕਰ ਸਕਦਾ। ਦਾ ਸੰਸਕਾਰ ਕਹਿੰਦਾ ਤਾਂ ਹੀ ਕਰ ਸਕਦਾ ਵੀ ਜੇ ਤੂੰ ਇੱਕ ਦਮੜਾ ਲੈ ਕੇ ਆਵੇਂ, ਪਰ ਉਹਦੇ ਕੋਲ ਹੈ ਨਹੀਂ ਉਸ ਟਾਈਮ। ਇਸ ਤਰ੍ਹਾਂ ਦੀ ਕੋਈ ਸਾਖੀ ਇਹਦੀ ਸੁਣੀ ਹੋਈ ਹੈ। ਦੁਰਮਤ ਹਰਨਾਕਸ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪਰਹਾਰੀ, ਪਹਿਲਾਦ ਉਦਾਰੇ ਕਿਰਪਾ ਤਾਰੀ। ਹਾਂਜੀ ਸੰਗਤ ਜੀ, ਆਪਾਂ ਇਹ ਹਰਨਾਕਸ਼ ਦੀ ਅਤੇ ਪ੍ਰਹਲਾਦ ਦੀ ਵੀ ਸੁਣੀ ਹੋਈ ਆ ਸਾਰਿਆਂ ਨੇ ਕਥਾ, ਵੀ ਕਿਸ ਤਰ੍ਹਾਂ ਹਰਨਾਕਸ਼ ਨੂੰ ਕਿੰਨਾ ਆਪਣੇ 'ਤੇ ਹੰਕਾਰ ਆ ਗਿਆ ਸੀ। ਉਹ ਕਹਿੰਦਾ ਸੀ ਮੈਂ ਹੀ ਰੱਬ ਹਾਂ, ਮੇਰਾ ਨਾਂ ਜਪੋ। ਪਰ ਉਹਦਾ ਜਿਹੜਾ ਪੁੱਤਰ ਸੀ ਪ੍ਰਹਲਾਦ, ਉਹ ਕਹਿੰਦਾ ਸੀ ਵੀ ਨਹੀਂ, ਪਰਮਾਤਮਾ ਦਾ ਨਾਮ ਛੱਡ ਕੇ ਤੇਰਾ ਨਾਮ ਨਹੀਂ ਜਪ ਸਕਦੇ। ਤਾਂ ਫਿਰ ਇਹਨੇ ਆਪਣੇ ਪੁੱਤਰ ਨੂੰ ਬੜੇ ਮਤਲਬ ਤਸੀਹੇ ਦੇਣੇ ਚਾਹੇ ਸੀ। ਇੱਥੇ ਫਿਰ ਨਰਸਿੰਘ ਦਾ ਰੂਪ ਧਾਰ ਕੇ ਪਰਮਾਤਮਾ ਨੇ ਫਿਰ ਪ੍ਰਹਲਾਦ ਦਾ ਪਾਸਾ ਲਿਆ ਅਤੇ ਫਿਰ ਹਰਨਾਕਸ਼ ਨੂੰ ਕਹਿੰਦੇ ਜਿੱਦਾਂ ਫਿਰ ਮਾਰਿਆ ਸੀ, ਹੈ ਨਾ। ਹਰਨਾਕਸ਼ ਦਾ ਇਸ ਤਰ੍ਹਾਂ ਹੰਕਾਰ ਖਤਮ ਹੋਇਆ। ਭੂਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤਿਗੁਰ ਹੇਤ। ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਵੀ ਰਾਵਣ ਵੀ ਜਿਸ ਤਰ੍ਹਾਂ ਕਹਿੰਦੇ ਵੀ ਹੰਕਾਰ ਵਿੱਚ ਆ ਗਿਆ ਸੀ, ਇੱਕ ਤਰ੍ਹਾਂ ਨਾ ਪਰਮਾਤਮਾ ਨੂੰ ਭੁੱਲ ਗਿਆ ਸੀ, ਜਿੱਦਾਂ ਉਹਨੂੰ ਵੀ ਜਿੱਦਾਂ ਬਹੁਤ ਕਹਿੰਦੇ ਸੀ ਵੀ ਵੇਦਾਂ ਦਾ ਗਿਆਤਾ ਸੀ, ਬੜਾ ਸਿਆਣਾ ਹੋ ਗਿਆ ਸੀ, ਉਸ ਕਰਕੇ ਹੰਕਾਰ ਆ ਗਿਆ। ਫਿਰ ਇਸ ਹੰਕਾਰ ਕਰਕੇ ਹੀ ਕਹਿੰਦੇ ਵੀ ਉਹਦਾ ਰਾਜ ਸਾਰੀ ਲੰਕਾ ਲੁੱਟੀ ਗਈ ਅਤੇ ਉਹਦਾ ਸੀਸ ਵੀ ਕੱਟਿਆ ਗਿਆ, ਹੈ ਨਾ। ਅਤੇ ਇਸ ਤਰ੍ਹਾਂ ਕਹਿੰਦੇ ਵੀ ਆਪਣੇ ਸਤਿਗੁਰ ਦੇ
ਪਿਆਰ ਤੋਂ ਸੱਖਣਾ ਹੋ ਕੇ ਕਹਿੰਦੇ ਫਿਰ ਕਹਿੰਦੇ ਉਹਦਾ ਸਾਰਾ ਕੁਛ ਹੀ ਚਲੇ ਗਿਆ ਹੰਕਾਰ ਕਰਕੇ। ਸਹਿਸ ਬਾ ਮਦ ਕੀਟ ਮਹਿ ਖਾਸਾ, ਹਰਨਾਕਸ ਲੈ ਨਖੋ ਬਿਦਾਸਾ, ਦੈਤ ਸੰਗਾਰੇ ਬਿਨ ਭਗਤ ਅਭਿਆਸਾ। ਹਾਂਜੀ, ਇਸ ਤਰ੍ਹਾਂ ਹੀ ਕਹਿੰਦੇ ਕੋਈ ਹਜ਼ਾਰਾਂ ਵਾਹਾਂ ਵਾਲਾ ਕਹਿੰਦੇ ਕੋਈ ਇੱਕ ਸੀ, ਜਿਸ ਤਰ੍ਹਾਂ ਦੈਂਤ ਹੁੰਦੇ ਨੇ ਨਾ। ਫਿਰ ਕਹਿੰਦੇ ਵੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜਿਹੜੇ ਸਾਰੇ ਦੈਂਤ ਨੇ ਕਹਿੰਦੇ ਉਹ ਮਾਰੇ ਗਏ। ਅਤੇ ਜਿਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਨੇ ਸਾਰੇ ਜਿਹੜੇ ਦੈਂਤ ਸੀਗੇ ਉਹਨਾਂ ਦਾ ਨਾਸ਼ ਕੀਤਾ ਕਿ ਉਹ ਸਾਰੇ ਪਰਮਾਤਮਾ ਨੂੰ ਭੁਲਾ ਚੁੱਕੇ ਸੀਗੇ, ਪਰਮਾਤਮਾ ਦੀ ਭਗਤੀ ਤੋਂ ਸੱਖਣੇ ਹੋ ਗਏ ਸੀਗੇ। ਜਰਾ ਸੰਦ ਕਾਲ ਜੁਮਨ ਸੰਘਾਰੇ, ਰਖਤ ਬੀਜ ਕਾਲ ਨੇਮ ਬਿਦਾਰੇ, ਦੈਤ ਸੰਘਾਰ ਸੰਤ ਨਿਸਤਾਰੇ। ਇਸ ਤਰ੍ਹਾਂ ਹੀ ਸੰਗਤ ਜੀ ਇਹ ਕੋਈ ਜਰਾਸੰਧ, ਕਾਲਜਮਨ ਜਿਹੜੇ ਇਹ ਵੀ ਕੋਈ ਦੈਂਤ ਹੋਏ ਨੇ, ਰਖਤ ਬੀਜ, ਕਾਲ ਨੇਮ, ਕਹਿੰਦੇ ਇਹਨਾਂ ਦਾ ਵੀ ਸਾਰਿਆਂ ਨੇ ਪਰਮਾਤਮਾ ਨੇ ਸਾਰਿਆਂ ਦਾ ਕਹਿੰਦੇ ਸੰਘਾਰ ਕੀਤਾ, ਸਾਰਿਆਂ ਨੂੰ ਕਹਿੰਦੇ ਨਾਸ਼ ਕੀਤਾ। ਅਤੇ ਜਿਹੜੇ ਆਪਣੇ ਸੰਤ ਸੀ ਕਹਿੰਦੇ ਉਹਨਾਂ ਨੂੰ ਕਹਿੰਦੇ ਪਾਰ ਲਾ ਦਿੱਤਾ, ਉਹਨਾਂ ਨੂੰ ਸੰਸਾਰ ਦੇ ਭਵ ਸਾਗਰ ਤੋਂ ਪਾਰ ਲਾ ਦਿੱਤਾ। ਪਰ ਜਿਹੜੇ ਸਾਰੇ ਦੈਂਤ ਸੀ ਉਹਨਾਂ ਦਾ ਸਾਰਿਆਂ ਦਾ ਨਾਸ਼ ਹੋਇਆ। ਵਾਹਿਗੁਰੂ ਜੀ। ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਪਾਏ ਦੈਤ ਸੰਗਾਰੇ, ਗੁਰਮੁਖ ਸਾਚ ਭਗਤ ਨਿਸਤਾਰੇ। ਕਹਿੰਦੇ ਸਤਿਗੁਰੂ ਜੀ ਆਪ ਹੀ ਕਹਿੰਦੇ ਆਪਣੇ ਕਹਿੰਦੇ ਉਪਦੇਸ਼ ਦਿੰਦੇ ਨੇ, ਵਿਚਾਰ ਕਰਦੇ ਨੇ। ਕਹਿੰਦੇ ਜਿਹੜੇ ਦੂਤ ਨੇ ਕਹਿੰਦੇ ਉਹ ਦੂਜੇ ਕਹਿੰਦੇ ਮਾਇਆ ਵਿੱਚ ਸੀ ਸਾਰੇ, ਉਹਨਾਂ ਸਾਰਿਆਂ ਦਾ ਨਾਸ਼ ਹੋਇਆ। ਕਹਿੰਦੇ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸੱਚੀ ਭਗਤੀ ਕਰਦੇ ਨੇ ਕਹਿੰਦੇ ਉਹ ਸਾਰੇ ਪਾਰ ਉਤਰ ਜਾਂਦੇ ਨੇ। ਗੁਰੂ ਦੇ ਸਨਮੁਖ ਹੋ ਕੇ ਭਗਤੀ ਕਰਨ ਵਾਲੇ ਸਾਰੇ ਇਸ ਭਵਜਲ ਤੋਂ, ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਬੂਢਾ ਦੁਰਜੋਧਨ ਪਤ ਖੋਈ, ਰਾਮ ਨ ਜਾਣਿਆ ਕਰਤਾ ਸੋਈ, ਜਨ ਕੋ ਦੁਖ ਪਚੈ ਦੁਖ ਹੋਈ। ਕਹਿੰਦੇ ਇਸ ਤਰ੍ਹਾਂ ਹੀ ਦੁਰਜੋਧਨ ਦੇ ਨਾਲ ਹੋਇਆ। ਕਹਿੰਦੇ ਦੁਰਜੋਧਨ ਨੇ ਵੀ ਹੰਕਾਰ 'ਚ ਆ ਗਿਆ ਸੀ। ਕਹਿੰਦੇ ਉਹ ਵੀ ਕਹਿੰਦੇ ਉਹਨੇ ਵੀ ਪਰਮਾਤਮਾ ਨੂੰ ਕਰਤਾ ਨਹੀਂ ਸੀ ਸਮਝਿਆ, ਆਪ ਹੰਕਾਰ ਵਿੱਚ ਆਇਆ ਸੀ। ਪਰ ਕਹਿੰਦੇ ਜੋ ਵੀ ਕਹਿੰਦੇ ਪਰਮਾਤਮਾ ਦੇ ਸੇਵਕ ਨੂੰ ਦੁੱਖ ਦਿੰਦਾ ਹੈ ਤਾਂ ਫਿਰ ਉਸ ਨੂੰ ਪਰਮਾਤਮਾ ਵੱਲੋਂ ਜ਼ਰੂਰ ਸਜ਼ਾ ਮਿਲਦੀ ਹੈ। ਜੋ ਵੀ ਜੀਵ ਕਹਿੰਦੇ ਜੇ ਪਰਮਾਤਮਾ ਦੇ ਭਗਤ ਨੂੰ ਦੁੱਖ ਦਿੰਦਾ ਫਿਰ ਦੁੱਖ ਦੇਣ ਵਾਲੇ ਨੂੰ ਸਜ਼ਾ ਜ਼ਰੂਰ ਭੁਗਤਣੀ ਪੈਂਦੀ ਆ। ਵਾਹਿਗੁਰੂ ਜੀ। ਜਨਮੇ ਜੈ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਪਾਵੈ ਭਰਮ ਭੁਲਾਨਿਆ, ਇੱਕ ਤਿਲ ਭੂਲੈ ਬਹੁਰ ਪਛਤਾਨਿਆ। ਇਸ ਤਰ੍ਹਾਂ ਕੋਈ ਰਾਜਾ ਜਨਮੇਜਾ ਸੀਗਾ, ਕਹਿੰਦੇ ਉਹਨੇ ਵੀ ਕਹਿੰਦੇ ਆਪਣੇ ਗੁਰੂ ਦੇ ਉਪਦੇਸ਼ ਨੂੰ ਯਾਦ ਨਹੀਂ ਸੀ ਰੱਖਿਆ। ਇੱਕ ਤਿਲ ਜਿੰਨੀ ਕਹਿੰਦੇ ਉਹਨੇ ਭੁੱਲ ਕੀਤੀ, ਗੁਰੂ ਦੇ ਸ਼ਬਦ ਨੂੰ ਯਾਦ ਨਹੀਂ ਰੱਖਿਆ, ਗੁਰੂ ਦੇ ਉਪਦੇਸ਼ ਨੂੰ ਯਾਦ ਨਹੀਂ ਰੱਖਿਆ, ਤਾਂ ਫਿਰ ਕਹਿੰਦੇ ਉਹਨੂੰ ਵੀ ਬਹੁਤ ਸਜ਼ਾ ਭੁਗਤਣੀ ਪਈ ਸੀਗੀ, ਬਹੁਤ ਪਛਤਾਇਆ ਸੀ ਫਿਰ ਕਹਿੰਦੇ ਥੋੜ੍ਹੀ ਭੁੱਲ ਕਾਰਨ। ਕੰਸ ਕੇਸ ਚਾਂਡੂਰ ਨ ਕੋਈ, ਰਾਮ ਨ ਚੀਨਿਆ ਆਪਣੀ ਪਤ ਖੋਈ, ਬਿਨ ਜਗਦੀਸ਼ ਨ ਰਾਖੈ ਕੋਈ। ਹਾਂਜੀ, ਇਹ ਕੋਈ ਕੰਸ, ਕੇਸ, ਇਹ ਕੋਈ ਕਾਫੀ ਵੱਡੇ ਸੂਰਮੇ ਹੋਏ ਨੇ। ਕਹਿੰਦੇ ਸੂਰਮੇ ਤਾਂ ਇਹ ਬਹੁਤ ਵੱਡੇ ਸੀ, ਪਰ ਕਹਿੰਦੇ ਕਿਉਂਕਿ ਇਹ ਪਰਮਾਤਮਾ ਦਾ ਨਾਮ ਨਹੀਂ ਸੀ ਜਪਦੇ ਤਾਂ ਫਿਰ ਇਸ ਕਰਕੇ ਇਹਨਾਂ ਨੂੰ ਵੀ ਆਪਣੀ ਪਤ ਖੋਣੀ ਪਈ, ਕਿਉਂਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਰਾਖਾ ਨਹੀਂ ਹੋ ਸਕਦਾ, ਹੋਰ ਕੋਈ ਬਚਾ ਨਹੀਂ ਸਕਦਾ। ਬਿਨ ਗੁਰ ਗਰਬ ਨ ਮੇਟਿਆ ਜਾਏ, ਗੁਰਮਤ ਧਰਮ ਧੀਰਜ ਹਰ ਨਾਏ, ਨਾਨਕ ਨਾਮ ਮਿਲੈ ਗੁਣ ਗਾਏ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿ ਰਹੇ ਨੇ ਕਿ ਗੁਰੂ ਤੋਂ ਬਿਨਾਂ ਜੀਵ ਦਾ ਹੰਕਾਰ ਨਹੀਂ ਖਤਮ ਹੋ ਸਕਦਾ। ਕਹਿੰਦੇ ਗੁਰੂ ਦੀ ਮੱਤ 'ਤੇ ਚੱਲ ਕੇ ਹੀ ਧਰਮ ਨਿਭਦਾ ਹੈ,
ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜੀਵ ਵਿੱਚ ਧੀਰਜ ਆਉਂਦਾ ਹੈ। ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਗੁਰੂ ਵੱਲੋਂ ਜੀਵ ਨੂੰ ਨਾਮ ਮਿਲਦਾ ਹੈ ਪਰਮਾਤਮਾ ਦਾ, ਫਿਰ ਹੀ ਜੀਵ ਪਰਮਾਤਮਾ ਦੇ ਗੁਣ ਗਾ ਸਕਦਾ ਹੈ, ਪਰਮਾਤਮਾ ਦਾ ਨਾਮ ਜਪ ਸਕਦਾ ਹੈ। ਪਰ ਇਹ ਸਭ ਕੁਝ ਗੁਰੂ ਦੇ ਰਾਹੀਂ ਹੀ ਹੁੰਦਾ ਹੈ। ਗੁਰੂ ਦੇ ਰਾਹੀਂ ਹੀ ਹੰਕਾਰ ਖਤਮ ਹੁੰਦਾ ਹੈ, ਗੁਰੂ ਦੇ ਰਾਹੀਂ ਹੀ ਨਾਮਦਾਨ ਮਿਲਦਾ ਹੈ। ਫਿਰ ਜੀਵ ਪਰਮਾਤਮਾ ਦੇ ਸਿਫਤ ਸਲਾਹ ਕਰ ਸਕਦਾ ਹੈ, ਪਰਮਾਤਮਾ ਦਾ ਨਾਮ ਜਪ ਸਕਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ ਦੇਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ। ਅੱਗੇ ਤੋਂ ਸਮੱਤ ਦਿਓ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ।